ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਪੰਨੂ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਉੱਪਰ। ਕੈਨੇਡਾ ਦੇ ਵਿੱਚ ਇੱਕ ਵਾਰ ਫਿਰ ਮਿਲਿਆ ਕਿਸਾਨਾਂ ਨੂੰ ਸਾਥ। ਵੈਸਟਮਿੰਸਟਰ ਸਿਟੀ ਕਾਉਂਸਲ ਨੇ ਕੀਤਾ ਮੋਸ਼ਨ ਪਾਸ। ਕੈਨੇਡਾ ਪਹੁੰਚ ਯਾਤਰੀਆਂ ਨੂੰ ਹੋਟਲ ਦੇ ਵਿੱਚ ਹੋ ਰਹੀ ਪਰੇਸ਼ਾਨੀ। ਯਾਤਰੀਆਂ ਨੂੰ ਇੱਕ ਟਾਈਮ ਦਾ ਖਾਣਾ ਪੈ ਰਿਹਾ ਮਹਿੰਗਾ। ਫੈਡਰਲ ਸਰਕਾਰ ਦੇ ਬਜਟ ਤੋਂ ਉਮੀਦਾਂ। ਰੀਅਲ ਸਟੇਟ ਨਿਵੇਸ਼ਕਾਂ ਨੂੰ ਹੋ ਸਕਦਾ ਫਾਇਦਾ। ਅਮਰੀਕਾ ਦੇ ਵਿੱਚ SUV ਦੀ ਟਰੱਕ ਦੇ ਨਾਲ ਟੱਕਰ। ਹਾਦਸੇ ਦੇ ਵਿੱਚ 15 ਜਾਣਿਆਂ ਦੀ ਮੌਤ। ਸਰੀ ਦੇ ਸਕੂਲ ਦੇ ਬਾਹਰ ਹੋਈ ਲੜਾਈ। ਪੁਲਿਸ ਨੇ 3 ਨੌਜਵਾਨਾਂ ਨੂੰ ਕੀਤਾ ਗ੍ਰਿਫਤਾਰ। ਪੁਲਿਸ ਅਧਿਕਾਰੀਆਂ ਨੂੰ ਮਿਲੀ ਕਲੀਨ ਚਿੱਟ। ਸਾਥੀ ਅਧਿਕਾਰੀ ਤੇ ਗੋਲੀ ਚਲਾਉਣ ਦੇ ਸਨ ਦੋਸ਼। ਕੈਨੇਡਾ ਦੀ ਧਰਤੀ ਤੋਂ ਲਗਾਤਾਰ ਭਾਰਤ ਦੇ ਕਿਸਾਨਾਂ ਦੇ ਲਈ ਆਵਾਜ਼ ਚੁੱਕੀ ਜਾ ਰਹੀ ਹੈ। ਇੱਕ ਹੋਰ ਫੈਸਲਾ ਕਿਸਾਨਾਂ ਦੇ ਪੱਖ ਦੇ ਵਿੱਚ ਕੀਤਾ ਗਿਆ। ਵੈਸਟਮਿੰਸਟਰ ਸਿਟੀ ਕਾਉਂਸਲ ਦੇ ਵੱਲੋਂ ਕਿਸਾਨਾਂ ਦੇ ਲਈ ਇੱਕ ਮੋਸ਼ਨ ਪਾਸ ਕੀਤਾ ਗਿਆ ਹੈ। ਨਿਊ ਵੈਸਟਮਿੰਸਟਰ ਸਿਟੀ ਕਾਉਂਸਲ ਵੱਲੋਂ ਭਾਰਤ ਦੇ ਕਿਸਾਨਾਂ ਦੇ ਹੱਕ ਦੇ ਵਿੱਚ ਜੋ ਸ਼ਾਂਤਮਈ ਤਰੀਕੇ ਦੇ ਨਾਲ ਪ੍ਰੋਟੈਸਟ ਕਰ ਰਹੇ ਨੇ, ਮੋਸ਼ਨ ਪਾਸ ਕੀਤਾ ਗਿਆ, ਜਿਸ ਦੇ ਵਿੱਚ ਉਹਨਾਂ ਹਿਊਮਨ ਰਾਈਟਸ ਕੰਸਰਨ ਨੂੰ ਹਾਈਲਾਈਟ ਕੀਤਾ ਅਤੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਇੰਡੀਅਨ ਅਥਾਰਟੀਜ਼ ਦੇ ਨਾਲ ਇਸ ਮੁੱਦੇ ਦੇ ਉੱਪਰ ਗੱਲਬਾਤ ਕਰਨ। ਵੈਸਟਮਿੰਸਟਰ ਸਿਟੀ ਕਾਉਂਸਲ ਵੱਲੋਂ ਕਿਹਾ ਗਿਆ ਕਿ ਉਹ ਭਾਰਤ ਦੇ ਕਿਸਾਨਾਂ ਦੇ ਨਾਲ ਖੜੇ ਹਨ। ਉਹਨਾਂ ਵੱਲੋਂ ਜੋ ਮੋਸ਼ਨ ਪਾਸ ਕੀਤਾ ਗਿਆ ਉਸ ਦੇ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਕਿ ਕਿਸ ਤਰ੍ਹਾਂ ਜੋ ਭਾਰਤ ਸਰਕਾਰ ਵੱਲੋਂ ਖੇਤੀਬਾੜੀ ਦੇ ਨਾਲ ਸੰਬੰਧਿਤ 3 ਕਾਨੂੰਨ ਲਿਆਂਦੇ ਗਏ ਨੇ, ਉਹ ਕਿਸਾਨਾਂ ਨੂੰ ਪ੍ਰਭਾਵਿਤ ਕਰਨਗੇ ਅਤੇ ਕਾਰਪੋਰੇਟ ਸੈਕਟਰ ਨੂੰ ਫਾਇਦਾ ਪਹੁੰਚਾਉਣਗੇ। ਇਸ ਦੇ ਵਿੱਚ ਉਹਨਾਂ ਨੇ ਇਸ ਮੁੱਦੇ ਵੱਲ ਵੀ ਧਿਆਨ ਦਿਵਾਇਆ ਕਿ ਕਿਸ ਤਰ੍ਹਾਂ ਭਾਰਤ ਦੇ ਕਿਸਾਨਾਂ ਵੱਲੋਂ ਸੁਸਾਈਡ ਕੀਤਾ ਜਾਂਦਾ ਹੈ। ਕਿਸਾਨਾਂ ਵੱਲੋਂ ਜੋ ਖੁਦਕੁਸ਼ੀ ਕੀਤੀ ਜਾਂਦੀ ਹੈ ਉਸ ਦਾ ਕਾਰਨ ਕਲਾਈਮੇਟ ਚੇਂਜ ਅਤੇ ਮੈਸਿਵ ਕ੍ਰੌਪ ਫੇਲੀਅਰ ਦੱਸਿਆ ਗਿਆ। ਜਿਸ ਤਰ੍ਹਾਂ ਭਾਰਤ ਦੇ ਕਿਸਾਨਾਂ ਨੂੰ ਸਰਕਾਰ ਵੱਲੋਂ ਪ੍ਰੋਟੈਸਟ ਕਰਨ ਤੋਂ ਰੋਕਿਆ ਗਿਆ ਅਤੇ ਕਈ ਪੱਤਰਕਾਰਾਂ ਦੀ ਗ੍ਰਿਫਤਾਰੀ ਕੀਤੀ ਗਈ, ਕਈ ਹਿਊਮਨ ਰਾਈਟ ਵਾਇਓਲੇਸ਼ਨ ਦੇਖਣ ਨੂੰ ਮਿਲੀ ਹੈ, ਇਸ ਸਾਰੇ ਮੁੱਦੇ ਦਾ ਧਿਆਨ ਵੀ ਇਸ ਮੋਸ਼ਨ ਦੇ ਵਿੱਚ ਦਿਵਾਇਆ ਗਿਆ। ਜ਼ਿਕਰਯੋਗ ਹੈ ਕਿ ਇਸ ਸਮੇਂ ਭਾਰਤ ਦੇ ਵਿੱਚ ਕਿਸਾਨ ਆਪਣੇ ਹੱਕਾਂ ਦੀ ਲੜਾਈ ਲੜ ਰਹੇ ਹਨ, ਜੋ ਲਗਾਤਾਰ ਖੇਤੀ ਕਾਨੂੰਨਾਂ ਦਾ ਵਿਰੋਧ ਕਰਦਿਆਂ ਦਿੱਲੀ ਬਾਰਡਰ ਦੇ ਉੱਪਰ ਬੈਠੇ ਹੋਏ ਨੇ। ਉਧਰ ਕੈਨੇਡਾ ਦੀ ਜੇਕਰ ਗੱਲ ਕਰੀਏ ਤਾਂ ਇੱਥੇ ਵੀ ਲਗਾਤਾਰ ਸਮੇਂ-ਸਮੇਂ ਦੇ ਉੱਪਰ ਭਾਰਤ ਦੇ ਕਿਸਾਨਾਂ ਦੇ ਲਈ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ। ਜਿੱਥੇ ਪ੍ਰੋਟੈਸਟ ਕੀਤੇ ਜਾ ਰਹੇ ਨੇ, ਰੈਲੀਆਂ ਕੱਢੀਆਂ ਜਾ ਰਹੀਆਂ ਨੇ, ਉੱਥੇ ਹੀ ਵੈਸਟਮਿੰਸਟਰ ਸਿਟੀ ਕਾਉਂਸਲ ਵੱਲੋਂ ਮੋਸ਼ਨ ਪਾਸ ਕੀਤਾ ਗਿਆ। ਫੈਡਰਲ ਸਰਕਾਰ ਵੱਲੋਂ ਕੋਰੋਨਾ ਵਾਇਰਸ ਦੇ ਚੱਲਦਿਆਂ ਇੱਥੇ ਆਉਣ ਵਾਲੇ ਇੰਟਰਨੈਸ਼ਨਲ ਟਰੈਵਲਰਸ ਦੇ ਲਈ ਨਵੇਂ ਨਿਯਮਾਂ ਦਾ ਐਲਾਨ ਕੀਤਾ। ਇਹਨਾਂ ਨਵੇਂ ਨਿਯਮਾਂ ਦੇ ਅਧੀਨ ਫੈਡਰਲ ਸਰਕਾਰ ਨੇ ਕਿਹਾ ਕਿ ਇੱਥੇ ਆਉਣ ਵਾਲੇ ਯਾਤਰੀ ਨੂੰ ਲਾਜ਼ਮੀ ਤੌਰ ਦੇ ਉੱਪਰ ਆਪਣੇ ਖਰਚੇ ਤੇ ਹੋਟਲ ਦੇ ਵਿੱਚ ਕੁਆਰੰਟਾਈਨ ਕਰਨਾ ਪਵੇਗਾ। ਇਹਨਾਂ ਯਾਤਰੀਆਂ ਵੱਲੋਂ ਸ਼ਿਕਾਇਤ ਕੀਤੀ ਜਾ ਰਹੀ ਹੈ ਕਿ ਜੋ ਹੋਟਲ ਵੱਲੋਂ ਉਹਨਾਂ ਨੂੰ ਖਾਣਾ ਮੁਹੱਈਆ ਕਰਵਾਇਆ ਜਾ ਰਿਹਾ ਹੈ, ਇੱਕ ਤਾਂ ਉਹ ਮਹਿੰਗਾ ਬਹੁਤ ਹੈ ਤੇ ਦੂਜਾ ਉਹਨਾਂ ਨੂੰ ਲੰਬਾ ਇੰਤਜ਼ਾਰ ਕਰਨਾ ਪੈ ਰਿਹਾ ਹੈ। ਕੈਨੇਡਾ ਆਉਣ ਵਾਲੇ ਹਰ ਇੰਟਰਨੈਸ਼ਨਲ ਟਰੈਵਲਰ ਨੂੰ ਆਪਣੇ ਖਰਚ ਦੇ ਉੱਪਰ 3 ਦਿਨਾਂ ਵਾਸਤੇ ਹੋਟਲ ਦੇ ਵਿੱਚ ਕੁਆਰੰਟਾਈਨ ਕਰਨਾ ਪੈਂਦਾ ਹੈ। ਅਜਿਹੇ ਦੇ ਵਿੱਚ ਇੱਕ ਹੋਰ ਗੱਲ ਸਾਹਮਣੇ ਆਈ ਹੈ ਕਿ ਇੱਥੇ ਖਾਣ ਪੀਣ ਤੇ ਆ ਰਿਹਾ $37.23 ਦਾ ਖਰਚ ਵੀ ਇਹਨਾਂ ਟਰੈਵਲਰਸ ਦੀ ਜੇਬ ਦੇ ਉੱਪਰ ਬੋਝ ਪਾ ਰਿਹਾ ਹੈ। ਇਸ ਖਾਣ ਦੇ ਬੋਲ ਦੇ ਵਿੱਚ ਚਿਲੀ, ਰਾਈਸ, ਸੈਲਡ ਅਤੇ ਡਾਈਟ ਪੈਪਸੀ ਸ਼ਾਮਲ ਕੀਤੀ ਗਈ ਹੈ। ਟਰੈਵਲਰਸ ਵੱਲੋਂ ਇਸ ਖਰਚ ਦਾ ਸੋਸ਼ਲ ਮੀਡੀਆ ਦੇ ਉੱਪਰ ਵੀ ਵਿਰੋਧ ਕੀਤਾ ਜਾ ਰਿਹਾ ਹੈ। ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਹੋਟਲ ਦੇ ਵਿੱਚ ਕ੍ਰਿਮੀਨਲਸ ਦੇ ਵਾਂਗ ਟ੍ਰੀਟ ਕੀਤਾ ਜਾਂਦਾ ਹੈ। ਉਹ ਇਸ ਹੋਟਲ ਕੁਆਰੰਟਾਈਨ ਨੂੰ ਜੇਲ੍ਹ ਦੱਸ ਰਹੇ ਹਨ। ਇਹਨਾਂ ਕੈਨੇਡਾ ਆਉਣ ਵਾਲੇ ਇੰਟਰਨੈਸ਼ਨਲ ਟਰੈਵਲਰਸ ਨੂੰ ਖਾਣ ਪੀਣ ਦੇ ਮਾਮਲੇ ਦੇ ਵਿੱਚ ਕਾਫੀ ਪਰੇਸ਼ਾਨੀ ਆ ਰਹੀ ਹੈ। ਹੋਟਲ ਵੱਲੋਂ ਦਿੱਤਾ ਜਾ ਰਿਹਾ ਖਾਣਾ ਇਹਨਾਂ ਨੂੰ ਮਹਿੰਗਾ ਪੈ ਰਿਹਾ ਹੈ, ਪਰ ਕਈਆਂ ਨੂੰ ਖਾਣ ਵਾਸਤੇ ਲੰਬਾ ਇੰਤਜ਼ਾਰ ਵੀ ਕਰਨਾ ਪੈ ਰਿਹਾ ਹੈ। ਕਈ ਤਾਂ ਹੁਣ ਡਿਲੀਵਰੀ ਐਪਸ ਤੋਂ ਖਾਣਾ ਆਰਡਰ ਕਰਨ ਲੱਗ ਪਏ ਨੇ, ਜੋ ਕਿ ਹੋਟਲ ਦੇ ਖਾਣੇ ਤੋਂ ਸਸਤਾ ਹੈ। ਉਧਰ ਇਸ ਉੱਪਰ ਹੋਟਲ ਮੈਨੇਜਮੈਂਟ ਦਾ ਕਹਿਣਾ ਹੈ ਕਿ ਕਰਾਊਡ ਬਹੁਤ ਜ਼ਿਆਦਾ ਹੈ, ਤਾਂ ਫਿਰ ਉਹਨਾਂ ਨੂੰ ਖਾਣਾ ਪਹੁੰਚਾਉਣ ਦੇ ਵਿੱਚ ਸਮਾਂ ਲੱਗਦਾ ਹੈ। ਦੱਸ ਦਈਏ ਕਿ ਫੈਡਰਲ ਸਰਕਾਰ ਵੱਲੋਂ ਕੋਵਿਡ-19 ਦੇ ਚੱਲਦਿਆਂ ਕੈਨੇਡਾ ਦੇ ਵਿੱਚ ਆਉਣ ਵਾਲੇ ਹਰ ਇੰਟਰਨੈਸ਼ਨਲ ਟਰੈਵਲਰ ਦੇ ਵਾਸਤੇ ਨਵੇਂ ਨਿਯਮ ਦਾ ਐਲਾਨ ਕੀਤਾ, ਜਿਸ ਦੇ ਤਹਿਤ ਕੈਨੇਡਾ ਆਉਣ ਦੇ ਉੱਪਰ ਉਹਨਾਂ ਨੂੰ 3 ਦਿਨ ਦੇ ਲਈ ਹੋਟਲ ਦੇ ਵਿੱਚ ਕੁਆਰੰਟਾਈਨ ਕਰਨਾ ਪਵੇਗਾ, ਕਿਉਂਕਿ ਕੈਨੇਡਾ ਪਹੁੰਚਣ ਦੇ ਉੱਪਰ ਉਹਨਾਂ ਦਾ ਕੋਰੋਨਾ ਟੈਸਟ ਕੀਤਾ ਜਾਂਦਾ ਹੈ। ਇਸ ਰਿਪੋਰਟ ਦੇ ਇੰਤਜ਼ਾਰ ਦੇ ਵਾਸਤੇ ਆਪਣੇ ਖਰਚ ਦੇ ਉੱਪਰ ਟਰੈਵਲਰ ਨੂੰ ਹੋਟਲ ਦੇ ਵਿੱਚ ਕੁਆਰੰਟਾਈਨ ਕਰਨਾ ਪੈਂਦਾ ਹੈ। ਇਹ ਜੋ ਨਵਾਂ ਨਿਯਮ ਫੈਡਰਲ ਸਰਕਾਰ ਵੱਲੋਂ ਲਾਗੂ ਕੀਤਾ ਗਿਆ ਹੈ, ਇਸ ਦੇ ਨਾਲ ਸੰਬੰਧਿਤ ਕਈ ਤਰ੍ਹਾਂ ਦੀਆਂ ਸ਼ਿਕਾਇਤਾਂ ਯਾਤਰੀਆਂ ਵੱਲੋਂ ਕੀਤੀਆਂ ਜਾ ਰਹੀਆਂ ਨੇ। 2020 ਦੇ ਵਿੱਚ ਕੋਰੋਨਾ ਵਾਇਰਸ ਦੇ ਕਰਕੇ ਕੋਈ ਵੀ ਫੈਡਰਲ ਬਜਟ ਨਹੀਂ ਪੇਸ਼ ਕੀਤਾ ਗਿਆ। ਹੁਣ ਸਰਕਾਰ ਵੱਲੋਂ 2 ਸਾਲਾਂ ਦੇ ਵਿੱਚ ਇੱਕ ਪਹਿਲਾ ਬਜਟ ਐਲਾਨਿਆ ਜਾਵੇਗਾ। ਇਸ ਤੋਂ ਕਈ ਤਰ੍ਹਾਂ ਦੀਆਂ ਉਮੀਦਾਂ ਲਗਾਈਆਂ ਜਾ ਰਹੀਆਂ ਨੇ। ਰੀਅਲ ਸਟੇਟ ਨਿਵੇਸ਼ਕਾਂ ਦੇ ਵਾਸਤੇ ਇਸ ਦੇ ਲਈ ਕੁਝ ਫਾਇਦਾ ਐਲਾਨਿਆ ਜਾ ਸਕਦਾ ਹੈ।
2020 ਦੇ ਦੌਰਾਨ ਕੋਈ ਵੀ ਫੈਡਰਲ ਬਜਟ ਐਲਾਨ ਨਹੀਂ ਕੀਤਾ ਗਿਆ। ਹੁਣ ਆਉਣ ਵਾਲਾ ਬਜਟ 2 ਸਾਲਾਂ ਦੇ ਵਿੱਚ ਪਹਿਲਾ ਬਜਟ ਹੋਵੇਗਾ। ਘਰਾਂ ਦੇ ਰੇਟ ਲਗਾਤਾਰ ਵਧ ਰਹੇ ਹਨ। ਅਜਿਹੇ ਦੇ ਵਿੱਚ ਰੈਂਟਰਸ, ਇਨਵੈਸਟਰਸ ਅਤੇ ਸੀਨੀਅਰਸ ਨੂੰ ਫਾਇਦਾ ਦੇਣ ਵਾਲੇ ਟੈਕਸ ਇਨਸੈਂਟਿਵਸ ਆ ਸਕਦੇ ਹਨ। ਜਨਵਰੀ ਮਹੀਨੇ ਦੇ ਵਿੱਚ ਟੈਰਾਨੈਟ ਨੈਸ਼ਨਲ ਬੈਂਕ ਨੈਸ਼ਨਲ ਕੰਪੋਜ਼ਿਟ ਹਾਊਸ ਪ੍ਰਾਈਸ ਇੰਡੈਕਸ 9.6% ਵਧਿਆ। ਫੈਡਰਲ ਅਨਇੰਪਲੋਇਮੈਂਟ ਰੇਟ 9.4% ਤੇ ਆ ਗਿਆ, ਜੋ ਕਿ ਜਨਵਰੀ 2020 ਦੇ ਦੌਰਾਨ 5.6% ਸੀ। ਕੈਨੇਡਾ ਦੀ ਵੱਧ ਆਬਾਦੀ ਵਾਲਾ ਪ੍ਰੋਵਿੰਸ ਓਨਟਾਰੀਓ ਐਨਰਜੀ ਅਤੇ ਪ੍ਰਾਪਰਟੀ ਟੈਕਸ ਕ੍ਰੈਡਿਟਸ $1,095 ਤੱਕ ਦਾ ਬੈਨੀਫਿਟ ਨਾਨ ਸੀਨੀਅਰਸ ਅਤੇ $1,247 ਦਾ ਬੈਨੀਫਿਟ ਸੀਨੀਅਰਸ ਨੂੰ ਦੇ ਸਕਦਾ ਹੈ। ਰੀਅਲ ਸਟੇਟ ਪ੍ਰਾਈਸ ਵਧਣ ਦੇ ਨਾਲ ਮਾਰਟਗੇਜ ਇੰਟਰਸਟ ਅਤੇ ਡੈਪਰੀਸੀਏਸ਼ਨ ਡਿਡਕਸ਼ਨਸ ਵੀ ਵਧਣਗੀਆਂ। ਸੋ ਹੁਣ ਸਭ ਦੀਆਂ ਨਿਗਾਹਾਂ ਫੈਡਰਲ ਸਰਕਾਰ ਦੇ ਇਸ ਬਜਟ ਦੇ ਉੱਪਰ ਟਿਕੀਆਂ ਹੋਈਆਂ ਹਨ, ਕਿਉਂਕਿ 2020 ਦੇ ਵਿੱਚ ਕਰੋਨਾ ਵਾਇਰਸ ਦੇ ਕਰਕੇ ਇਹ ਬਜਟ ਨਹੀਂ ਐਲਾਨਿਆ ਗਿਆ ਅਤੇ 2 ਸਾਲਾਂ ਦੇ ਵਿੱਚ ਹੁਣ ਇਹ ਪਹਿਲਾ ਬਜਟ ਐਲਾਨਿਆ ਜਾਵੇਗਾ। ਅਮਰੀਕਾ ਦੇ ਸਾਊਦਰਨ ਕੈਲੀਫੋਰਨੀਆ ਤੋਂ ਇੱਕ ਮਾਮਲਾ ਸਾਹਮਣੇ ਆਇਆ, ਜਿੱਥੇ SUV ਅਤੇ ਟਰੱਕ ਟ੍ਰੇਲਰ ਦੇ ਵਿਚਕਾਰ ਜ਼ਬਰਦਸਤ ਟੱਕਰ ਹੋਈ ਹੈ। ਇਸ ਹਾਦਸੇ ਦੇ ਵਿੱਚ 15 ਜਾਣਿਆਂ ਦੀ ਜਾਨ ਚਲੀ ਗਈ। 14 ਜਾਣਿਆਂ ਦੀ ਮੌਕੇ ਦੇ ਉੱਪਰ ਮੌਤ ਹੋ ਗਈ ਅਤੇ ਇੱਕ ਵੱਲੋਂ ਹਸਪਤਾਲ ਦੇ ਵਿੱਚ ਜਾ ਕੇ ਦਮ ਤੋੜਿਆ ਗਿਆ। ਮਾਮਲਾ ਸਾਊਦਰਨ ਕੈਲੀਫੋਰਨੀਆ ਤੋਂ ਸਾਹਮਣੇ ਆਇਆ, ਜਿੱਥੇ 15 ਜਾਣਿਆਂ ਦੀ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ। ਇੱਥੇ ਸਾਊਦਰਨ ਕੈਲੀਫੋਰਨੀਆ ਦੇ ਵਿੱਚ ਜੋ ਮੈਕਸੀਕੋ ਬਾਰਡਰ ਤੋਂ 16.1 ਕਿਲੋਮੀਟਰ ਨਾਰਥ ਵੱਲ ਹੈ, ਉੱਥੇ SUV ਅਤੇ ਟਰੈਕਟਰ ਟ੍ਰੇਲਰ ਦੇ ਵਿਚਕਾਰ ਜ਼ਬਰਦਸਤ ਟੱਕਰ ਹੋਈ ਹੈ। ਇਸ ਦੌਰਾਨ ਟਰੱਕ ਬਜਰੀ ਲੈ ਕੇ ਜਾ ਰਿਹਾ ਸੀ ਅਤੇ SUV ਦੇ ਵਿੱਚ 27 ਲੋਕ ਸਵਾਰ ਸਨ। ਵਾਹਨਾਂ ਦੀ ਹੋਈ ਆਪਸ ਦੇ ਵਿੱਚ ਟੱਕਰ ਤੋਂ ਬਾਅਦ 14 ਜਾਣਿਆਂ ਦੀ ਮੌਕੇ ਦੇ ਉੱਪਰ ਹੀ ਮੌਤ ਹੋ ਗਈ ਅਤੇ ਇੱਕ ਵਿਅਕਤੀ ਜਿਸ ਨੂੰ ਹਸਪਤਾਲ ਦੇ ਵਿੱਚ ਲੈ ਕੇ ਜਾਇਆ ਗਿਆ ਸੀ, ਉਸਨੇ ਉੱਥੇ ਦਮ ਤੋੜ ਦਿੱਤਾ। ਆਫੀਸ਼ੀਅਲਸ ਦੇ ਵੱਲੋਂ ਅਜੇ ਇਸ ਦੇ ਬਾਰੇ ਵਿੱਚ ਪੂਰੀ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ। ਇਸ ਘਟਨਾ ਦੇ ਵਿੱਚ ਟਰੱਕ ਡਰਾਈਵਰ ਨੂੰ ਮਾਮੂਲੀ ਸੱਟਾਂ ਆਈਆਂ ਹਨ। ਇਸ ਦੀ ਜਾਣਕਾਰੀ ਕੈਲੀਫੋਰਨੀਆ ਹਾਈਵੇ ਪੈਟਰੋਲ ਵੱਲੋਂ ਸਾਂਝੀ ਕੀਤੀ ਗਈ ਹੈ। ਜੋ ਜਾਣਕਾਰੀ ਸਾਂਝੀ ਕੀਤੀ ਗਈ ਹੈ, ਉਸ ਦੇ ਮੁਤਾਬਕ ਇਹ ਘਟਨਾ ਸਵੇਰੇ 6:16 ਤੇ ਵਾਪਰੀ ਹੈ, ਜਿਸ ਦੌਰਾਨ 2 ਵਾਹਨਾਂ ਦੀ ਆਪਸ ਦੇ ਵਿੱਚ ਟੱਕਰ ਹੋਈ ਹੈ। SUV ਅਤੇ ਟਰੈਕਟਰ ਟ੍ਰੇਲਰ ਦੇ ਵਿਚਕਾਰ ਜੋ ਟੱਕਰ ਹੋਈ ਹੈ, ਇਸ ਨੇ 15 ਜਾਣਿਆਂ ਦੀ ਜਾਨ ਲੈ ਲਈ ਹੈ। ਫਿਲਹਾਲ ਦੀ ਕੜੀ ਆਫੀਸ਼ੀਅਲਸ ਦੇ ਵੱਲੋਂ ਪੂਰੀ ਡਿਟੇਲ ਦੇ ਵਿੱਚ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ, ਪਰ ਜਿੰਨੀ ਜਾਣਕਾਰੀ ਉਹਨਾਂ ਵੱਲੋਂ ਸਾਂਝੀ ਕੀਤੀ ਗਈ ਹੈ, ਉਸ ਦੇ ਮੁਤਾਬਕ ਇਹੀ ਦੱਸਿਆ ਗਿਆ ਕਿ ਇਸ ਘਟਨਾ ਦੇ ਵਿੱਚ 14 ਜਾਣਿਆਂ ਦੀ ਮੌਕੇ ਦੇ ਉੱਪਰ ਹੀ ਮੌਤ ਹੋ ਗਈ ਅਤੇ ਇੱਕ ਨੇ ਹਸਪਤਾਲ ਦੇ ਵਿੱਚ ਜਾ ਕੇ ਦਮ ਤੋੜਿਆ। ਸਰੀ ਦੇ ਸਕੂਲ ਦੇ ਬਾਹਰ ਲੜਾਈ ਹੋਈ ਹੈ। ਪੁਲਿਸ ਵੱਲੋਂ ਇਸ ਮਾਮਲੇ ਦੇ ਵਿੱਚ ਪਹਿਲਾਂ 2 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਹੁਣ ਜਾਣਕਾਰੀ ਮਿਲੀ ਹੈ ਕਿ ਇੱਕ ਹੋਰ ਨੌਜਵਾਨ ਦੀ ਇਸ ਮਾਮਲੇ ਦੇ ਵਿੱਚ ਗ੍ਰਿਫਤਾਰੀ ਹੋਈ ਹੈ। ਸਰੀ ਦੇ ਪੈਨੋਰਾਮਾ ਰਿਜ ਸੈਕੰਡਰੀ ਵਿਖੇ ਹਥਿਆਰਾਂ ਦੇ ਨਾਲ ਹਮਲਾ ਕਰਨ ਤੋਂ ਬਾਅਦ ਤੀਸਰੇ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ। ਪੁਲਿਸ ਵੱਲੋਂ ਇਸ ਮਾਮਲੇ ਦੇ ਵਿੱਚ ਜਾਣਕਾਰੀ ਸਾਂਝੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੇ ਵਿੱਚ ਪਹਿਲਾਂ ਹੀ 2 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ। ਇਹ ਨੌਜਵਾਨ ਇਸ ਸਮੇਂ ਪੁਲਿਸ ਹਿਰਾਸਤ ਦੇ ਵਿੱਚ ਨੇ। ਪੁਲਿਸ ਵੱਲੋਂ ਇਸ ਬਾਰੇ ਨਿਊਜ਼ ਰਿਲੀਜ਼ ਜਾਰੀ ਕੀਤੀ ਗਈ ਹੈ, ਜਿਸ ਦੇ ਵਿੱਚ ਉਨ੍ਹਾਂ ਨੇ ਦੱਸਿਆ ਕਿ ਮਾਰਚ 1 ਕਰੀਬ 11:30 ਵਜੇ ਸਰੀ RCMP ਨੂੰ ਇਸ ਬਾਰੇ ਜਾਣੀ ਕਿ ਇਸ ਘਟਨਾ ਦੇ ਬਾਰੇ ਵਿੱਚ ਅਪਡੇਟ ਮਿਲੀ। ਪੁਲਿਸ ਨੂੰ ਇਹ ਵੀ ਪਤਾ ਚੱਲਿਆ ਕਿ ਇੱਕ ਨੌਜਵਾਨ ਇਸ ਮਾਮਲੇ ਦੇ ਵਿੱਚ ਜ਼ਖਮੀ ਹੋਇਆ ਹੈ। ਇਹ ਹਮਲਾ ਸਕੂਲ ਦੇ ਬਾਹਰ ਹੋਇਆ। ਵਿਕਟਮ ਨੂੰ ਨੇੜਲੇ ਹਸਪਤਾਲ ਦੇ ਵਿੱਚ ਲੈ ਕੇ ਜਾਇਆ ਗਿਆ, ਜਿੱਥੇ ਉਸ ਦੀ ਹਾਲਤ ਸਟੇਬਲ ਦੱਸੀ ਜਾ ਰਹੀ ਹੈ। ਰਿਲੀਜ਼ ਦੇ ਵਿੱਚ ਇਹ ਵੀ ਜਾਣਕਾਰੀ ਸਾਂਝੀ ਕੀਤੀ ਗਈ ਕਿ ਇਹ ਹਮਲਾ 2 ਪਾਰਟੀਆਂ ਦੇ ਦਰਮਿਆਨ ਡਿਸਪਿਊਟ ਦੇ ਚੱਲਦਿਆਂ ਹੋਇਆ ਹੈ। ਪੁਲਿਸ ਨੇ ਕਿਹਾ ਕਿ ਇਸ ਘਟਨਾ ਤੋਂ ਬਾਅਦ ਸਕੂਲ ਨੂੰ ਕਿਸੇ ਤਰ੍ਹਾਂ ਦਾ ਵੀ ਖਤਰਾ ਨਹੀਂ ਹੈ। ਹਾਲਾਂਕਿ ਉੱਥੇ ਪੁਲਿਸ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਗਿਆ। ਪੁਲਿਸ ਨੇ ਕਿਹਾ ਕਿ ਜੇਕਰ ਕਿਸੇ ਨੂੰ ਇਸ ਘਟਨਾ ਦੇ ਬਾਰੇ ਵਿੱਚ ਕੋਈ ਵੀ ਜਾਣਕਾਰੀ ਹੋਵੇ ਤਾਂ ਉਹ ਸਰੀ RCMP ਦੇ ਨਾਲ ਕੰਟੈਕਟ ਕਰ ਸਕਦਾ ਹੈ। ਇਸ ਵਾਸਤੇ ਉਹਨਾਂ ਨੇ ਆਪਣਾ ਨੰਬਰ ਵੀ ਜਾਰੀ ਕੀਤਾ ਹੈ। ਪੁਲਿਸ ਨੇ ਕਿਹਾ ਕਿ 6045990502 ਦੇ ਉੱਪਰ ਜਾਣਕਾਰੀ ਸਾਂਝੀ ਕੀਤੀ ਜਾ ਸਕਦੀ ਹੈ। ਇਸ ਦੇ ਨਾਲ ਹੀ ਕ੍ਰਾਈਮ ਸਟਾਪਰਸ ਨੂੰ ਵੀ 1800-222-8477 ਦੇ ਉੱਪਰ ਕੰਟੈਕਟ ਕੀਤਾ ਜਾ ਸਕਦਾ ਹੈ। ਨੋਵਾ ਸਕੋਸ਼ੀਆ ਮਾਸ ਕਿਲਰ ਨੂੰ ਲੱਭਣ ਦੇ ਵਾਸਤੇ RCMP ਆਫੀਸਰਸ ਵੱਲੋਂ ਆਪਣੇ ਸਾਥੀ ਅਤੇ ਸਿਵਲੀਅਨ ਦੇ ਉੱਪਰ ਗੋਲੀ ਚੱਲ ਗਈ ਸੀ। ਇਸ ਮਾਮਲੇ ਦੇ ਵਿੱਚ ਹੁਣ ਉਹਨਾਂ ਨੂੰ ਚਾਰजेस ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਇਸ ਦੀ ਜਾਣਕਾਰੀ ਨੋਵਾ ਸਕੋਸ਼ੀਆ ਪੁਲਿਸ ਵਾਚਡੌਗ ਵੱਲੋਂ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਨੇ ਦੱਸਿਆ ਕਿ ਇਹਨਾਂ ਨੂੰ ਹਰੀ ਝੰਡੀ ਜਾਣੀ ਕਿ ਕਲੀਨ ਚਿੱਟ ਦੇ ਦਿੱਤੀ ਗਈ ਹੈ। ਦੱਸ ਦਈਏ ਕਿ ਜਿਸ ਵਿਅਕਤੀ ਦੀ ਪੁਲਿਸ ਵੱਲੋਂ ਭਾਲ ਕੀਤੀ ਜਾ ਰਹੀ ਸੀ, ਉਸਨੇ 22 ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਕਈ ਘਰਾਂ ਨੂੰ ਅੱਗ ਦੇ ਹਵਾਲੇ ਵੀ ਕੀਤਾ ਸੀ। 2 RCMP ਆਫੀਸਰ
ਜਿਨ੍ਹਾਂ ਕੋਲੋਂ ਕੈਨੇਡਾ ਦੀ ਵਰਸਟ ਮਾਸ ਕਿਲਿੰਗ ਦੇ ਦੌਰਾਨ ਆਪਣੇ ਸਾਥੀ ਆਫੀਸਰਸ ਅਤੇ ਸਿਵਿਲੀਅਨਸ ਦੇ ਉੱਪਰ ਗੋਲੀ ਚੱਲੀ ਸੀ, ਉਹਨਾਂ ਨੂੰ ਇਸ ਘਟਨਾ ਦੇ ਚਾਰजेस ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਇਹ ਘਟਨਾ ਅਪ੍ਰੈਲ 19 ਨੂੰ ਔਨਸਲੋ ਬੈਲਮਨ ਫਾਇਰ ਹਾਲ ਵਿਖੇ ਵਾਪਰੀ ਸੀ। ਇਸ ਦੌਰਾਨ RCMP ਗਨਮੈਨ ਦੀ ਭਾਲ ਕਰ ਰਹੀ ਸੀ। ਨੋਵਾ ਸਕੋਸ਼ੀਆ ਪੁਲਿਸ ਵਾਚਡੌਗ ਵੱਲੋਂ ਇਸ ਮਾਮਲੇ ਦੇ ਵਿੱਚ ਆਫੀਸਰਸ ਨੂੰ ਕਲੀਨ ਚਿੱਟ ਦੇ ਦਿੱਤੀ ਗਈ ਹੈ। ਦੱਸ ਦਈਏ ਕਿ 18 ਅਪ੍ਰੈਲ ਨੂੰ ਪੁਲਿਸ ਵੱਲੋਂ ਵਾਟਮੈਨ ਨਾਮ ਦੇ ਵਿਅਕਤੀ ਦੀ ਭਾਲ ਕੀਤੀ ਜਾ ਰਹੀ ਸੀ। ਉਸ ਵੱਲੋਂ 22 ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਅਤੇ ਕਈ ਘਰਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ। ਪੁਲਿਸ ਵੱਲੋਂ 13 ਘੰਟਿਆਂ ਤੋਂ ਬਾਅਦ ਇਸ ਵਿਅਕਤੀ ਨੂੰ ਮਾਰਿਆ ਗਿਆ। ਵਾਟਮੈਨ ਵੱਲੋਂ ਮਾਊਂਟੀਜ਼ ਦੀ ਵਰਦੀ ਪਹਿਨੀ ਹੋਈ ਸੀ ਅਤੇ ਉਸ ਵੱਲੋਂ RCMP ਰੈਪਲਿਕਾ ਗੱਡੀ ਚਲਾਈ ਜਾ ਰਹੀ ਸੀ। RCMP ਆਫੀਸਰਸ ਜਦੋਂ ਰੇਡੀਓ ਸੁਣ ਰਹੇ ਸੀ ਤਾਂ ਉਹਨਾਂ ਨੂੰ ਜਾਣਕਾਰੀ ਮਿਲੀ ਕਿ ਗਨਮੈਨ ਮਾਊਂਟੀਜ਼ ਦੀ ਵਰਦੀ ਪਹਿਨ ਕੇ ਰਿਫਲੈਕਟਿਵ ਵੈਸਟ ਪਾ ਕੇ RCMP ਰੈਪਲਿਕਾ ਗੱਡੀ ਚਲਾ ਰਿਹਾ ਹੈ। ਪੁਲਿਸ ਜਦੋਂ ਫਾਇਰ ਹਾਲ ਪਹੁੰਚੀ ਤਾਂ ਉਹਨਾਂ ਨੇ RCMP ਵਾਹਨ ਦੇਖਿਆ। ਫਿਰ ਦੋ ਆਫੀਸਰਸ ਰਾਈਫਲਸ ਹੱਥ ਵਿੱਚ ਲੈ ਕੇ ਉਸ ਵਿਅਕਤੀ ਵੱਲ ਗਏ, ਜਿਸ ਤੋਂ ਬਾਅਦ ਪੁਲਿਸ ਨੇ ਇਸ ਨੂੰ ਫੜਨ ਦੇ ਲਈ ਗੋਲੀਆਂ ਚਲਾਈਆਂ ਅਤੇ ਉਹਨਾਂ ਵੱਲੋਂ ਆਪਣੀਆਂ ਰਾਈਫਲਸ 'ਚੋਂ ਫਾਇਰਿੰਗ ਕੀਤੀ ਗਈ। ਕੋਵਿਡ-19 ਵਾਇਰਸ ਦਾ ਵੱਖ-ਵੱਖ ਚੀਜ਼ਾਂ ਦੇ ਉੱਪਰ ਪ੍ਰਭਾਵ ਪਿਆ। ਇਸ ਦਾ ਅਸਰ ਜਿਹੜਾ ਸੀ ਉਹ ਗੇਮਿੰਗ ਸੈਕਟਰ ਅਤੇ ਫਿਲਮਾਂ ਦੇ ਉੱਪਰ ਵੀ ਪਿਆ ਹੈ। ਪਰ ਜੇਕਰ ਗੱਲ ਕਰੀਏ ਕੈਨੇਡਾ ਦੇ ਵਿੱਚ ਮੌਜੂਦਾ ਹਾਲਾਤਾਂ ਦੀ, ਤਾਂ ਤੁਹਾਡੇ ਕੋਲ ਇੱਕ ਸੁਨਹਿਰੀ ਮੌਕਾ ਹੈ ਕਿ ਤੁਸੀਂ ਕੈਨੇਡਾ ਦੇ ਵਿੱਚ ਗੇਮਿੰਗ ਸੈਕਟਰ ਦੇ ਵਿੱਚ ਆਪਣਾ ਕੈਰੀਅਰ ਬਣਾ ਸਕਦੇ ਹੋ। ਕਿਵੇਂ ਬਣਾ ਸਕਦੇ ਹੋ, ਜਾਣੋ ਇਸ ਖਬਰ ਦੇ ਰਾਹੀਂ। ਕਰੋਨਾ ਵਾਇਰਸ ਦਾ ਅਸਰ ਜਿੱਥੇ ਵੱਖ-ਵੱਖ ਚੀਜ਼ਾਂ ਦੇ ਉੱਪਰ ਪਿਆ, ਉਸ ਦਾ ਪ੍ਰਭਾਵ 2020 ਦੇ ਦੌਰਾਨ ਵੀਡੀਓ ਗੇਮ ਪ੍ਰੋਡਕਸ਼ਨ ਅਤੇ ਫਿਲਮ TV ਪ੍ਰੋਡਕਸ਼ਨ ਦੇ ਉੱਪਰ ਵੀ ਦੇਖਣ ਨੂੰ ਮਿਲਿਆ। ਹੁਣ ਜਿਸ ਤਰ੍ਹਾਂ ਹੌਲੀ-ਹੌਲੀ ਕਰਕੇ ਬਾਕੀ ਸਾਰੀਆਂ ਚੀਜ਼ਾਂ ਅਤੇ ਬਿਜ਼ਨਸ ਨੂੰ ਕਰੋਨਾ ਗਾਈਡਲਾਈਨਸ ਦੀ ਪਾਲਣ ਕਰਨ ਦੇ ਨਾਲ ਹੀ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ, ਉਸੇ ਤਰ੍ਹਾਂ ਇੰਡਸਟਰੀ ਦੇ ਨਾਲ ਜੁੜੇ ਹੋਏ ਲੋਕਾਂ ਨੂੰ ਵੀ ਕਰੋਨਾ ਗਾਈਡਲਾਈਨਸ ਦੀ ਪਾਲਣਾ ਕਰਨੀ ਹੋਵੇਗੀ ਤਾਂ ਕਿ ਕਰੋਨਾ ਕੇਸ ਨਾ ਵਧਣ, ਕਿਉਂਕਿ ਜੇਕਰ ਅਜਿਹਾ ਹੁੰਦਾ ਹੈ ਤਾਂ ਇੰਡਸਟਰੀ ਨੂੰ ਇੱਕ ਵਾਰ ਫਿਰ ਤੋਂ ਸ਼ਟਡਾਊਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਮੌਜੂਦਾ ਸਮੇਂ ਦੇ ਵਿੱਚ ਇੰਡਸਟਰੀ ਵੱਲੋਂ ਗਾਈਡਲਾਈਨਸ ਦੀ ਪਾਲਣਾ ਸਹੀ ਢੰਗ ਦੇ ਨਾਲ ਕੀਤੀ ਜਾ ਰਹੀ ਹੈ। ਇੰਡਸਟਰੀ ਨੂੰ ਉਮੀਦ ਹੈ ਕਿ 2021 ਸਾਲ ਫਿਲਮ ਅਤੇ TV ਸ਼ੋਅਜ਼ ਦੇ ਲਈ ਕਾਫੀ ਵਧੀਆ ਹੋਵੇਗਾ। ਇਸ ਦੇ ਨਾਲ ਹੀ ਜਿਹੜੇ ਲੋਕ ਵੀਡੀਓ ਗੇਮ ਸੈਕਟਰ ਦੇ ਨਾਲ ਸੰਬੰਧਿਤ ਹਨ, ਉਹਨਾਂ ਵਾਸਤੇ ਕੈਨੇਡੀਅਨ ਗੇਮ ਸੈਕਟਰ ਦੇ ਵਿੱਚ ਕੰਮ ਕਰਨ ਦਾ ਸੁਨਹਿਰੀ ਮੌਕਾ ਹੈ। ਹੁਣ ਸਵਾਲ ਹੈ ਕਿ ਇਹ ਮੌਕਾ ਕਿਵੇਂ ਮਿਲੇਗਾ। ਜੇਕਰ ਤੁਹਾਡੇ ਕੋਲ ਰੈਗੂਲਰ ਜੌਬ ਆਫਰ ਹੈ ਤਾਂ ਫਿਰ ਕੈਨੇਡੀਅਨ ਇੰਪਲੋਇਰ ਨੂੰ ਨਿਊਟਰਲ ਜਾਂ ਫਿਰ ਪੋਜ਼ਿਟਿਵ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ ਲੈਣਾ ਪਵੇਗਾ। ਜੇਕਰ ਇਹ ਜੌਬ ਆਫਰ ਕਿਊਬੈਕ ਦੇ ਵਿੱਚ ਹੈ ਤਾਂ ਤੁਹਾਨੂੰ CAQ ਵੀ ਲੈਣਾ ਪਵੇਗਾ। ਇਹ ਡਾਕੂਮੈਂਟ ਕਿਊਬੈਕ ਇਮੀਗ੍ਰੇਸ਼ਨ ਮਿਨਿਸਟਰੀ ਵੱਲੋਂ ਜਾਰੀ ਕੀਤਾ ਜਾਂਦਾ ਹੈ। ਫਿਰ ਇੰਪਲੋਇਰ ਨੂੰ ਤੁਹਾਨੂੰ LMIA ਲੈਟਰ ਦੀ ਕਾਪੀ ਅਤੇ ਜੌਬ ਆਫਰ ਲੈਟਰ ਦੇਣਾ ਪਵੇਗਾ। ਇਹਨਾਂ ਦੋਨੇ ਲੈਟਰਸ ਦੀ ਜ਼ਰੂਰਤ ਤੁਹਾਨੂੰ ਵਰਕ ਪਰਮਿਟ ਦੇ ਵਾਸਤੇ ਅਪਲਾਈ ਕਰਨ ਦੇ ਸਮੇਂ ਪੈਂਦੀ ਹੈ। ਅਮਰੀਕਾ ਦੇ ਨਵੇਂ ਰਾਸ਼ਟਰਪਤੀ ਦੇ ਤੌਰ ਦੇ ਉੱਪਰ ਅਹੁਦਾ ਸੰਭਾਲਦਿਆਂ ਜੋ ਬਾਈਡਨ ਵੱਲੋਂ ਟਰੰਪ ਪ੍ਰਸ਼ਾਸਨ ਦੇ ਕਈ ਫੈਸਲਿਆਂ ਦੇ ਵਿੱਚ ਬਦਲਾਅ ਕੀਤਾ। ਹਾਲ ਹੀ ਦੇ ਵਿੱਚ ਐਲਾਨ ਕੀਤਾ ਗਿਆ ਕਿ ਜੋ H1B ਵੀਜ਼ਾ ਦੇ ਉੱਪਰ 31 ਮਾਰਚ ਤੱਕ ਰੋਕ ਲਗਾਈ ਗਈ ਸੀ, ਉਸ ਨੂੰ ਹਟਾਇਆ ਜਾਵੇਗਾ। ਪਰ ਹੁਣ ਜਾਣਕਾਰੀ ਮਿਲੀ ਹੈ ਕਿ ਇਸ ਦੇ ਉੱਪਰ ਫੈਸਲਾ ਮਾਰਚ ਮਹੀਨੇ ਦੇ ਵਿੱਚ ਹੀ ਆਵੇਗਾ। ਪਿਛਲੇ ਕੁਝ ਦਿਨੀ ਅਮਰੀਕਾ ਤੋਂ H1B ਵੀਜ਼ਾ ਦੇ ਬਾਰੇ ਵਿੱਚ ਇੱਕ ਖੁਸ਼ਖਬਰੀ ਸਾਹਮਣੇ ਆਈ ਸੀ, ਪਰ ਹੁਣ ਇਸ ਦੇ ਬਾਰੇ ਵਿੱਚ ਜਾਣਕਾਰੀ ਸਾਹਮਣੇ ਆਈ ਹੈ ਕਿ ਇਸ ਉੱਪਰ 31 ਮਾਰਚ ਤੱਕ ਫੈਸਲਾ ਲਿਆ ਜਾ ਸਕਦਾ ਹੈ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਇਮੀਗ੍ਰੇਸ਼ਨ ਦੇ ਮਾਮਲੇ ਦੇ ਵਿੱਚ ਕਈ ਸਖਤੀਆਂ ਕੀਤੀਆਂ ਗਈਆਂ ਸਨ। ਟਰੰਪ ਵੱਲੋਂ ਜੋ H1B ਵੀਜ਼ਾ ਦੇ ਉੱਪਰ ਰੋਕ ਲਗਾਈ ਗਈ ਸੀ, ਇਹਨਾਂ ਪਾਬੰਦੀਆਂ ਨੂੰ ਖਤਮ ਕਰਨ ਦੇ ਉੱਪਰ ਹਾਲੇ ਕੋਈ ਫੈਸਲਾ ਨਹੀਂ ਲਿਆ ਗਿਆ। ਇਸ ਦੀ ਜਾਣਕਾਰੀ ਜੋ ਬਾਈਡਨ ਪ੍ਰਸ਼ਾਸਨ ਵੱਲੋਂ ਸਾਂਝੀ ਕੀਤੀ ਗਈ ਹੈ। ਪ੍ਰਸ਼ਾਸਨ ਨੇ ਇਸ ਬਾਰੇ ਵਿੱਚ ਕਿਹਾ ਕਿ ਉਹਨਾਂ ਦੀ ਇਸ ਸਮੇਂ ਪਹਿਲ ਹੈ ਕਰੋਨਾ ਵਾਇਰਸ ਦੇ ਪੀੜਤ ਲੋਕਾਂ ਨੂੰ ਮਦਦ ਮੁਹੱਈਆ ਕਰਵਾਉਣਾ। ਸਾਬਕਾ ਰਾਸ਼ਟਰਪਤੀ ਵੱਲੋਂ H1B ਵੀਜ਼ਾ ਦੇ ਉੱਪਰ ਜੋ ਪਾਬੰਦੀ ਲਗਾਈ ਗਈ ਸੀ, ਉਸ ਨੂੰ 31 ਮਾਰਚ ਤੱਕ ਵਧਾ ਦਿੱਤਾ ਗਿਆ ਸੀ। ਇਸ ਦੇ ਬਾਰੇ ਵਿੱਚ ਉਹਨਾਂ ਨੇ ਇਹ ਕਿਹਾ ਸੀ ਕਿ ਦੇਸ਼ ਦੇ ਵਿੱਚ ਬੇਰੁਜ਼ਗਾਰੀ ਦੀ ਦਰ ਜ਼ਿਆਦਾ ਹੈ ਅਤੇ ਅਮਰੀਕਾ ਦੇ ਵਿੱਚ ਜ਼ਿਆਦਾ ਵਿਦੇਸ਼ੀ ਕੰਮ ਕਰਨ ਵਾਲੇ ਬੋਝ ਬਣ ਸਕਦੇ ਨੇ। ਜੋ ਬਾਈਡਨ ਵੱਲੋਂ ਅਹੁਦਾ ਸੰਭਾਲਣ ਤੋਂ ਬਾਅਦ ਟਰੰਪ ਪ੍ਰਸ਼ਾਸਨ ਦੇ ਕਈ ਫੈਸਲਿਆਂ ਦੇ ਵਿੱਚ ਬਦਲਾਅ ਕੀਤਾ ਗਿਆ। ਕਈ ਜੋ ਲੰਬੇ ਸਮੇਂ ਤੋਂ ਪਾਬੰਦੀਆਂ ਲਗਾਈਆਂ ਗਈਆਂ ਸਨ, ਉਹਨਾਂ ਨੂੰ ਵੀ ਹਟਾਇਆ ਗਿਆ। ਅਮਰੀਕਾ ਦੇ ਸਿਟੀਜ਼ਨਸ਼ਿਪ ਅਤੇ ਇਮੀਗ੍ਰੇਸ਼ਨ ਡਿਪਾਰਟਮੈਂਟ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ H1B ਵੀਜ਼ਾ ਦੇ ਵਾਸਤੇ ਉਹਨਾਂ ਦੇ ਕੋਲ 20,000 ਲੋਕਾਂ ਦੀਆਂ ਐਪਲੀਕੇਸ਼ਨਸ ਆ ਚੁੱਕੀਆਂ ਹਨ। ਇਸ ਬਾਰੇ ਦੇ ਵਿੱਚ ਉਹਨਾਂ ਨੇ ਹੋਰ ਕਿਹਾ ਕਿ ਕੰਪਿਊਟਰ ਦੇ ਜ਼ਰੀਏ ਇੱਕ ਡਰਾਅ ਕੱਢਿਆ ਜਾਵੇਗਾ। ਸੋ ਹੁਣ ਦੇਖਣਾ ਹੋਵੇਗਾ ਕਿ ਅਮਰੀਕਾ ਵੱਲੋਂ ਇਸ ਦੇ ਉੱਪਰ ਕਦੋਂ ਫੈਸਲਾ ਲਿਆ ਜਾਂਦਾ ਹੈ।
ਕੈਨੇਡਾ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਸੀ ਜਿੱਥੇ 14 ਮਹੀਨੇ ਦੇ ਬੱਚੇ ਦੀ ਮੌਤ ਨਸ਼ੇ ਦੇ ਓਵਰਡੋਜ਼ ਦੇ ਕਰਕੇ ਹੋਈ ਸੀ। ਹੁਣ ਇਸ ਦੇ ਬਾਰੇ ਜਾਣਕਾਰੀ ਸਾਹਮਣੇ ਆਈ ਹੈ ਕਿ ਅਜਿਹੇ ਮਾਮਲੇ ਦੇ ਵਿੱਚ ਜਾਣੀ ਕਿ ਇਸ ਮਾਮਲੇ ਦੇ ਵਿੱਚ ਬੱਚੇ ਦੇ ਮਾਪਿਆਂ ਨੂੰ ਚਾਰਜ ਕਰ ਦਿੱਤਾ ਗਿਆ ਹੈ। ਨਸ਼ਿਆਂ ਦੇ ਕਾਰਨ ਇੱਕ 14 ਮਹੀਨੇ ਦੇ ਬੱਚੇ ਦੀ ਮੌਤ ਹੋਈ ਸੀ। ਇਸ ਦੇ ਸੰਬੰਧ ਦੇ ਵਿੱਚ ਉਸ ਦੇ ਮਾਪਿਆਂ ਨੂੰ ਹੁਣ ਚਾਰਜ ਕੀਤਾ ਗਿਆ ਹੈ। ਇਹ ਮਾਮਲਾ ਮਈ 2020 ਦਾ ਹੈ, ਜਿਸ ਦੇ ਵਿੱਚ 14 ਮਹੀਨਿਆਂ ਦੇ ਬੱਚੇ ਨੂੰ ਇਲੀਗਲ ਨਸ਼ਿਆਂ ਦੀ ਡੋਜ਼ ਦਿੱਤੇ ਜਾਣ ਦੇ ਮਾਮਲੇ ਦੇ ਵਿੱਚ ਟੋਰਾਂਟੋ ਪੁਲਿਸ ਵੱਲੋਂ ਇਸ ਬੱਚੇ ਦੇ ਪੈਰੈਂਟਸ ਨੂੰ ਚਾਰਜ ਕੀਤਾ ਗਿਆ ਹੈ। ਇਸ ਮਾਮਲੇ ਦੇ ਬਾਰੇ ਵਿੱਚ ਪੁਲਿਸ ਨੇ ਸਾਰੀ ਜਾਣਕਾਰੀ ਸਾਂਝੀ ਕੀਤੀ ਹੈ। ਉਹਨਾਂ ਨੇ ਦੱਸਿਆ ਕਿ ਬੱਚੇ ਦੇ ਮਾਪੇ ਇੱਕ ਹੋਰ ਜੋੜੇ ਦੇ ਨਾਲ ਇੱਕ ਅਪਾਰਟਮੈਂਟ ਦੇ ਵਿੱਚ ਰਹਿੰਦੇ ਸਨ ਅਤੇ ਉਹਨਾਂ ਵੱਲੋਂ ਆਪਣੇ ਪਰਸਨਲ ਯੂਜ਼ ਦੇ ਲਈ ਇਸ ਨਸ਼ੀਲੇ ਪਦਾਰਥ ਨੂੰ ਘਰ ਦੇ ਵਿੱਚ ਰੱਖਿਆ ਜਾਂਦਾ ਸੀ। ਇਸ ਬੱਚੇ ਦੀ ਮੌਤ ਫੈਂਟਨਿਲ, ਹੈਰੋਇਨ ਅਤੇ ਕੋਕੇਨ ਦੀ ਭਾਰੀ ਡੋਜ਼ ਦੇ ਕਾਰਨ ਹੋਈ ਸੀ। ਇਸ ਮਾਮਲੇ ਦੇ ਵਿੱਚ ਸੈਕਸ ਕ੍ਰਾਈਮਸ ਚਾਈਲਡ ਐਂਡ ਯੂਥ ਐਡਵੋਕੇਸੀ ਸੈਂਟਰ ਵੱਲੋਂ ਜਾਂਚ ਕੀਤੀ ਗਈ। ਇਸ ਤੋਂ ਬਾਅਦ ਉਹਨਾਂ ਨੇ ਅਟਾਰਨੀ ਜਨਰਲ ਅਤੇ ਹੋਮਿਸਾਈਡ ਯੂਨਿਟ ਦੇ ਨਾਲ ਸਲਾਹ ਕੀਤੀ, ਜਿਸ ਤੋਂ ਬਾਅਦ ਇਸ ਬੱਚੇ ਦੇ ਮਾਪਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਬਾਅਦ ਦੇ ਵਿੱਚ ਚਾਰਜ ਕੀਤਾ ਗਿਆ। ਇਸ ਬੱਚੇ ਦੇ ਪੇਰੈਂਟਸ ਦੇ ਉੱਪਰ ਕਈ ਤਰ੍ਹਾਂ ਦੇ ਚਾਰਜ ਲਗਾਏ ਗਏ ਹਨ। ਇੱਕ ਰਿਲੀਜ਼ ਪੁਲਿਸ ਵੱਲੋਂ ਜਾਰੀ ਕੀਤੀ ਗਈ ਹੈ, ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਨਸ਼ੀਲੇ ਪਦਾਰਥ ਦੀ ਵਰਤੋਂ ਕਰਨ ਦੇ ਨਾਲ ਬਾਕੀ ਸਾਰੇ ਲੋਕਾਂ ਦੇ ਉੱਪਰ ਵੀ ਇਸ ਦਾ ਅਸਰ ਪੈਂਦਾ ਹੈ। ਪੁਲਿਸ ਵੱਲੋਂ ਇਹ ਵੀ ਕਿਹਾ ਗਿਆ ਕਿ ਜੇਕਰ ਤੁਹਾਡੇ ਆਸ-ਪਾਸ ਅਜਿਹਾ ਕੋਈ ਮਾਮਲਾ ਵਾਪਰਦਾ ਹੈ ਤਾਂ ਇਸ ਦੀ ਜਾਣਕਾਰੀ ਪੁਲਿਸ ਦੇ ਨਾਲ ਜ਼ਰੂਰ ਸਾਂਝੀ ਕੀਤੀ ਜਾਵੇ ਤਾਂ ਕਿ ਉਹ ਇਸ ਦੇ ਉੱਪਰ ਕਾਰਵਾਈ ਕਰ ਸਕਣ। ਨੈਟਫਲਿਕਸ ਇਸ ਸਮੇਂ ਐਂਟਰਟੇਨਮੈਂਟ ਇੰਡਸਟਰੀ ਦੇ ਉੱਪਰ ਰਾਜ ਕਰ ਰਿਹਾ ਹੈ। ਉਹਨਾਂ ਵੱਲੋਂ ਐਲਾਨ ਕੀਤਾ ਗਿਆ ਕਿ ਅਗਲਾ ਆਫਿਸ ਕੈਨੇਡਾ ਦੇ ਵਿੱਚ ਜਾਣੀ ਕਿ ਅਗਲਾ ਹੈੱਡ ਆਫਿਸ ਕੈਨੇਡਾ ਦੇ ਵਿੱਚ ਖੋਲ੍ਹਿਆ ਜਾ ਰਿਹਾ ਹੈ। ਇਸ ਦਾ ਕਾਰਨ ਉਹਨਾਂ ਨੇ ਦੱਸਿਆ ਕਿ ਕੈਨੇਡਾ ਦੇ ਵਿੱਚ ਉਹ ਬਿਹਤਰ ਓਪਰਚੁਨਿਟੀਜ਼ ਦੇਖਦੇ ਨੇ, ਇਸ ਕਰਕੇ ਉਹਨਾਂ ਵੱਲੋਂ ਇੱਕ ਕਦਮ ਚੁੱਕਿਆ ਜਾ ਰਿਹਾ ਹੈ। ਨੈਟਫਲਿਕਸ ਹੁਣ ਆਪਣਾ ਦਫ਼ਤਰ ਕੈਨੇਡਾ ਦੇ ਵਿੱਚ ਖੋਲ੍ਹਣ ਜਾ ਰਿਹਾ ਹੈ। ਨੈਟਫਲਿਕਸ ਵੱਲੋਂ ਇਹ ਐਲਾਨ ਕਰ ਦਿੱਤਾ ਗਿਆ ਹੈ ਕਿ ਉਹ ਆਪਣਾ ਨਵਾਂ ਹੈੱਡ ਆਫਿਸ ਕੈਨੇਡਾ ਦੇ ਵਿੱਚ ਖੋਲ੍ਹੇਗਾ। ਨੈਟਫਲਿਕਸ ਦੇ CEO ਨੇ ਕਿਹਾ ਕਿ ਕੈਨੇਡਾ ਸਾਡੇ ਬਿਜ਼ਨਸ ਦਾ ਇੱਕ ਜ਼ਰੂਰੀ ਹਿੱਸਾ ਬਣ ਚੁੱਕਾ ਹੈ। ਪਿਛਲੇ ਕੁਝ ਸਾਲਾਂ ਤੋਂ ਨੈਟਫਲਿਕਸ ਐਂਟਰਟੇਨਮੈਂਟ ਇੰਡਸਟਰੀ ਦੇ ਉੱਪਰ ਰਾਜ ਕਰ ਰਿਹਾ ਹੈ। ਨੈਟਫਲਿਕਸ ਵੱਲੋਂ ਕਈ ਟੀਵੀ ਸ਼ੋਜ਼, ਫਿਲਮਾਂ ਅਤੇ ਕਾਮੇਡੀ ਪ੍ਰੋਗਰਾਮ ਪ੍ਰੋਡਿਊਸ ਕੀਤੇ ਜਾ ਰਹੇ ਹਨ। 2017 ਦੇ ਦੌਰਾਨ ਕੰਪਨੀ ਨੇ ਕੈਨੇਡਾ ਦੇ ਵਿੱਚ 2.5 ਬਿਲੀਅਨ ਕੈਨੇਡੀਅਨ ਡਾਲਰ ਖਰਚ ਕੀਤੇ। ਇਸ ਤੋਂ ਵੀ ਵੱਧ ਉਹਨਾਂ ਵੱਲੋਂ ਟੈਲੈਂਟਡ ਡਾਇਰੈਕਟਰਸ, ਸਕਰੀਨ ਰਾਈਟਰਸ, ਅਦਾਕਾਰ, ਪ੍ਰੋਡਿਊਸਰਸ ਦੇ ਨਾਲ ਮਜ਼ਬੂਤ ਰਿਸ਼ਤੇ ਬਣਾਏ ਗਏ। ਇੱਥੇ ਦੱਸਣਾ ਬਣਦਾ ਹੈ ਕਿ ਕਈ ਫਿਲਮ ਡਾਇਰੈਕਟਰਸ ਅਤੇ ਕੰਪਨੀਆਂ ਦੇ ਵਾਸਤੇ ਕੈਨੇਡਾ ਇੱਕ ਆਕਰਸ਼ਿਤ ਡੈਸਟੀਨੇਸ਼ਨ ਬਣ ਗਿਆ ਹੈ। ਨਾਲ ਹੀ ਕੰਪਨੀ ਦੇ CEO ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਲੋਕਲ ਪ੍ਰੋਜੈਕਟ ਸੀਰੀਜ਼ ਦਾ ਵੀ ਐਲਾਨ ਕਰਨਗੇ। ਜ਼ਿਕਰਯੋਗ ਹੈ ਕਿ ਵੈਨਕੂਵਰ, ਟੋਰਾਂਟੋ ਅਤੇ ਮੌਂਟਰੀਅਲ ਕੈਨੇਡਾ ਦੀ ਫਿਲਮ ਅਤੇ ਟੈਲੀਵਿਜ਼ਨ ਪ੍ਰੋਡਕਸ਼ਨ ਦੇ ਵਿੱਚ ਅਹਿਮ ਯੋਗਦਾਨ ਪਾ ਰਿਹਾ ਹੈ। ਕਈ ਵੱਡੀਆਂ ਫਿਲਮ ਪ੍ਰੋਡਕਸ਼ਨ ਇਨਵੈਸਟਮੈਂਟਸ ਦੇ ਲਈ ਇਹ 3 ਜਗ੍ਹਾ ਪ੍ਰਾਈਮ ਲੋਕੇਸ਼ਨ ਬਣ ਗਈਆਂ ਨੇ। ਫਿਲਮ ਅਤੇ ਟੈਲੀਵਿਜ਼ਨ ਪ੍ਰੋਡਕਸ਼ਨ ਕੈਨੇਡਾ ਦੀ ਇਕਨੋਮੀ ਦਾ ਇੱਕ ਜ਼ਰੂਰੀ ਹਿੱਸਾ ਹੈ। ਇਸ ਦੇ ਕਾਰਨ ਹਜ਼ਾਰਾਂ ਹੀ ਲੋਕਾਂ ਨੂੰ ਨੌਕਰੀਆਂ ਦਾ ਮੌਕਾ ਮਿਲਦਾ ਹੈ। 2018 ਤੋਂ ਲੈ ਕੇ 2019 ਦੇ ਦਰਮਿਆਨ ਫਿਲਮ ਅਤੇ ਟੈਲੀਵਿਜ਼ਨ ਪ੍ਰੋਡਕਸ਼ਨ ਨੇ ਕੈਨੇਡਾ ਦੀ GDP ਦੇ ਵਿੱਚ 13 ਬਿਲੀਅਨ ਡਾਲਰ ਦਾ ਯੋਗਦਾਨ ਪਾਇਆ। ਇਹ ਡਾਟਾ ਕੈਨੇਡੀਅਨ ਮੋਸ਼ਨ ਪਿਕਚਰ ਐਸੋਸੀਏਸ਼ਨ ਵੱਲੋਂ ਜਾਰੀ ਕੀਤਾ ਗਿਆ ਹੈ। ਇਸ ਸਭ ਦੇ ਦੌਰਾਨ ਹੁਣ ਇਹ ਚੰਗੀ ਖਬਰ ਹੈ ਕਿ ਕੈਨੇਡਾ ਦੇ ਵਿੱਚ ਨੈਟਫਲਿਕਸ ਦਾ ਅਗਲਾ ਹੈੱਡ ਆਫਿਸ ਖੁੱਲ੍ਹਣ ਜਾ ਰਿਹਾ ਹੈ। ਹਾਲ ਹੀ ਦੇ ਵਿੱਚ ਹੈਲਥ ਕੈਨੇਡਾ ਵੱਲੋਂ ਐਸਟ੍ਰਾਜੈਨੇਕਾ ਵੈਕਸੀਨ ਨੂੰ ਹਰੀ ਝੰਡੀ ਦਿੱਤੀ ਗਈ, ਪਰ ਹੁਣ ਇਹ ਖਬਰ ਸਾਹਮਣੇ ਆ ਰਹੀ ਹੈ। ਇੱਥੋਂ ਦੀ ਕੈਨੇਡਾ ਕਮੇਟੀ ਨੇ ਕਿਹਾ ਹੈ ਕਿ ਐਸਟ੍ਰਾਜੈਨੇਕਾ ਵੈਕਸੀਨ 65 ਸਾਲ ਅਤੇ ਇਸ ਤੋਂ ਵੱਧ ਉਮਰ ਵਾਲਿਆਂ ਨੂੰ ਨਾ ਲਗਾਈ ਜਾਵੇ। ਕੈਨੇਡੀਅਨ ਕਮੇਟੀ ਦਾ ਕਹਿਣਾ ਹੈ ਕਿ ਐਸਟ੍ਰਾਜੈਨੇਕਾ ਆਕਸਫੋਰਡ ਕੋਵਿਡ-19 ਵੈਕਸੀਨ ਸੀਨੀਅਰਸ ਵਾਸਤੇ ਨਹੀਂ ਹੈ। ਜੀ ਹਾਂ, ਨੈਸ਼ਨਲ ਐਡਵਾਈਜ਼ਰੀ ਕਮੇਟੀ ਔਨ ਇਮਿਊਨਾਈਜੇਸ਼ਨ ਨੇ ਸਲਾਹ ਦਿੱਤੀ ਹੈ ਕਿ ਐਸਟ੍ਰਾਜੈਨੇਕਾ ਸ਼ਾਟਸ 65 ਸਾਲ ਅਤੇ ਇਸ ਤੋਂ ਵੱਧ ਉਮਰ ਵਾਲਿਆਂ ਨੂੰ ਨਾ ਦਿੱਤੇ ਜਾਣ। ਉਧਰ ਹੈਲਥ ਕੈਨੇਡਾ ਵੱਲੋਂ ਇਸ ਵੈਕਸੀਨ ਨੂੰ ਹਰ ਉਮਰ ਦੇ ਲੋਕਾਂ ਵਾਸਤੇ ਅਪਰੂਵ ਕੀਤਾ ਗਿਆ ਹੈ। ਹੈਲਥ ਕੈਨੇਡਾ ਨੇ ਕਿਹਾ ਕਿ 65 ਸਾਲ ਜਾਂ ਫਿਰ ਇਸ ਤੋਂ ਵੱਧ ਉਮਰ ਵਾਲਿਆਂ ਨੂੰ ਵੈਕਸੀਨ ਤੋਂ ਕੋਈ ਵੀ ਖਤਰਾ ਨਹੀਂ ਹੈ, ਕਿਉਂਕਿ ਬਾਕੀ ਦੇਸ਼ਾਂ ਦੇ ਵਿੱਚ ਇਹ ਟੀਕਾ ਹਰ ਉਮਰ ਦੇ ਲੋਕਾਂ ਨੂੰ ਲਗਾਇਆ ਗਿਆ ਹੈ। ਇਸ ਤੋਂ ਬਾਅਦ ਐਲਬਰਟਾ ਵੱਲੋਂ ਗੱਲ ਕਹੀ ਕਿ ਐਲਬਰਟਾ ਦੇ ਵਿੱਚ 65 ਸਾਲ ਅਤੇ ਇਸ ਤੋਂ ਵੱਧ ਉਮਰ ਵਾਲਿਆਂ ਨੂੰ ਐਸਟ੍ਰਾਜੈਨੇਕਾ ਵੈਕਸੀਨ ਨਹੀਂ ਲਗਾਇਆ ਜਾਵੇਗਾ। ਹੈਲਥ ਮਿਨਿਸਟਰ ਟੇਲਰ ਨੇ ਇਸ ਦੇ ਉੱਪਰ ਕਿਹਾ ਕਿ ਉਹਨਾਂ ਵੱਲੋਂ NACI ਦੀਆਂ ਗਾਈਡਲਾਈਨਸ ਅਤੇ ਐਡਵਾਈਸ ਨੂੰ ਮੰਨਿਆ ਜਾਵੇਗਾ। ਦੱਸੀਏ ਕਿ ਐਲਬਰਟਾ ਦੇ ਵਿੱਚ ਇਸ ਸਮੇਂ ਫੇਜ਼ 1 ਵੈਕਸੀਨ ਰੋਲ ਆਊਟ ਪਲਾਨ ਚੱਲ ਰਿਹਾ ਹੈ। ਦੂਸਰੇ ਫੇਜ਼ ਦੀ ਸ਼ੁਰੂਆਤ ਅਪ੍ਰੈਲ ਤੋਂ ਕੀਤੀ ਜਾਵੇਗੀ, ਜੋ ਕਿ ਸਤੰਬਰ ਮਹੀਨੇ ਤੱਕ ਚਲਾਇਆ ਜਾਵੇਗਾ, ਜਿਸ ਦੇ ਅਧੀਨ 4 ਗਰੁੱਪ ਬਣਾਏ ਗਏ ਹਨ।
ਦੱਸੀਏ ਕਿ ਕੈਨੇਡਾ ਦੇ ਵਿੱਚ ਇਸ ਸਮੇਂ ਮੋਡਰਨਾ ਅਤੇ ਫਾਈਜ਼ਰ ਵੈਕਸੀਨ ਦੇ ਨਾਲ ਲੋਕਾਂ ਨੂੰ ਟੀਕਾ ਲਗਾਇਆ ਜਾ ਰਿਹਾ ਹੈ। ਐਸਟ੍ਰਾਜ਼ੇਨੇਕਾ ਵੈਕਸੀਨ ਦੀਆਂ ਡੋਜ਼ਸ ਪਹੁੰਚਣ ਤੋਂ ਬਾਅਦ ਕੈਨੇਡਾ ਦੇ ਵਿੱਚ ਇਸ ਟੀਕੇ ਦੇ ਨਾਲ ਵੈਕਸੀਨੇਸ਼ਨ ਦੀ ਵੀ ਸ਼ੁਰੂਆਤ ਕਰ ਦਿੱਤੀ ਜਾਵੇਗੀ। ਪਰ ਫਿਲਹਾਲ ਇਹ ਜਾਣਕਾਰੀ ਸਾਹਮਣੇ ਆ ਰਹੀ ਹੈ, ਜਿੱਥੇ ਕੈਨੇਡੀਅਨ ਕਮੇਟੀ ਵੱਲੋਂ ਕਿਹਾ ਗਿਆ ਹੈ ਕਿ 65 ਸਾਲ ਅਤੇ ਇਸ ਤੋਂ ਵੱਧ ਉਮਰ ਵਾਲਿਆਂ ਦੇ ਲਈ ਐਸਟ੍ਰਾਜ਼ੇਨੇਕਾ ਵੈਕਸੀਨ ਸੁਰੱਖਿਅਤ ਨਹੀਂ ਹੈ। ਫੈਡਰਲ ਸਰਕਾਰ ਵੱਲੋਂ ਜੋ ਨਵੇਂ ਨਿਯਮ ਦਾ ਐਲਾਨ ਕੀਤਾ ਗਿਆ, ਉਸ ਦਾ ਪ੍ਰਭਾਵ ਇੰਟਰਨੈਸ਼ਨਲ ਟਰੈਵਲਰਸ ਦੇ ਉੱਪਰ ਦੇਖਣ ਨੂੰ ਮਿਲ ਰਿਹਾ ਹੈ। ਇੱਕ ਅੰਕੜਾ ਜਾਰੀ ਕੀਤਾ ਗਿਆ ਹੈ, ਜਿਸ ਦੇ ਮੁਤਾਬਕ ਕੈਨੇਡਾ ਦੇ ਵਿੱਚ ਹੁਣ ਆਉਣ ਵਾਲਿਆਂ ਦੀ ਗਿਣਤੀ ਦੇ ਵਿੱਚ ਗਿਰਾਵਟ ਦੇਖੀ ਜਾ ਰਹੀ ਹੈ। ਕੋਵਿਡ-19 ਦੇ ਚੱਲਦਿਆਂ ਫੈਡਰਲ ਸਰਕਾਰ ਵੱਲੋਂ ਕੈਨੇਡਾ ਆਉਣ ਵਾਲੇ ਇੰਟਰਨੈਸ਼ਨਲ ਟਰੈਵਲਰਸ ਦੇ ਵਾਸਤੇ ਨਵੇਂ ਨਿਯਮਾਂ ਦਾ ਐਲਾਨ ਕੀਤਾ ਗਿਆ। ਇਨ੍ਹਾਂ ਨਵੇਂ ਨਿਯਮਾਂ ਦੇ ਲਾਗੂ ਹੋਣ ਤੋਂ ਬਾਅਦ ਇਹ ਦੇਖਿਆ ਗਿਆ ਕਿ ਕੈਨੇਡਾ ਦੇ ਵਿੱਚ ਇੰਟਰਨੈਸ਼ਨਲ 에ਅਰ ਟਰੈਵਲਰਸ ਦੀ ਗਿਣਤੀ ਘਟ ਰਹੀ ਹੈ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਕੋਵਿਡ-19 ਤੋਂ ਪਹਿਲਾਂ ਦੇ ਮੁਕਾਬਲੇ ਹੁਣ ਆਉਣ ਵਾਲਿਆਂ ਦੇ ਵਿੱਚ ਭਾਰੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਦਸੰਬਰ 28 ਅਤੇ ਜਨਵਰੀ 10 ਦੇ ਦੌਰਾਨ ਕੈਨੇਡਾ ਅੰਦਰ 1,70,000 ਲੋਕ ਆਏ। ਇਸ ਡਾਟਾ ਤੋਂ ਪਤਾ ਚੱਲਦਾ ਹੈ ਕਿ ਕ੍ਰਿਸਮਸ ਤੋਂ ਬਾਅਦ ਇੱਥੇ ਇੰਟਰਨੈਸ਼ਨਲ 에ਅਰ ਟਰੈਵਲ ਵਧਿਆ ਸੀ। ਦਸੰਬਰ 14 ਤੋਂ ਦਸੰਬਰ 27 ਤੱਕ ਦੇਖਿਆ ਜਾਵੇ ਤਾਂ ਇਸ ਦੌਰਾਨ ਕੈਨੇਡਾ ਅੰਦਰ 1,28,000 ਦੇ ਕਰੀਬ ਟਰੈਵਲਰਸ ਆਏ ਸਨ। ਜੇਕਰ ਪਿਛਲੇ 2 ਹਫ਼ਤਿਆਂ ਦੌਰਾਨ ਦੇਖਿਆ ਜਾਵੇ ਤਾਂ ਕੈਨੇਡਾ ਦੇ ਵਿੱਚ ਇੰਟਰਨੈਸ਼ਨਲ ਟਰੈਵਲਰਸ ਦੀ ਗਿਣਤੀ ਦੇ ਵਿੱਚ 1,06,000 ਦੀ ਗਿਰਾਵਟ ਦੇਖੀ ਗਈ। ਜ਼ਿਕਰਯੋਗ ਹੈ ਕਿ ਫਰਵਰੀ 22 ਤੋਂ ਕੈਨੇਡਾ ਦੇ ਵਿੱਚ ਇੰਟਰਨੈਸ਼ਨਲ ਟਰੈਵਲਰਸ ਦੇ ਵਾਸਤੇ ਨਵਾਂ ਨਿਯਮ ਲਾਗੂ ਕੀਤਾ ਗਿਆ, ਜਿਸ ਦੇ ਅਧੀਨ ਕੈਨੇਡਾ ਆਉਣ ਦੇ ਉੱਪਰ ਹਰ ਯਾਤਰੀ ਦਾ ਕੋਰੋਨਾ ਟੈਸਟ 에ਅਰਪੋਰਟ ਦੇ ਉੱਪਰ ਕੀਤਾ ਜਾਵੇਗਾ। ਉਸ ਤੋਂ ਬਾਅਦ ਯਾਤਰੀ ਨੂੰ ਆਪਣੇ ਟੈਸਟ ਦਾ ਇੰਤਜ਼ਾਰ ਕਰਨਾ ਪਵੇਗਾ, ਜਾਣੀ ਕਿ ਉਸ ਨੂੰ ਵੇਟ ਕਰਨੀ ਪਵੇਗੀ ਕਿ ਉਸ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਉਂਦੀ ਹੈ ਜਾਂ ਫਿਰ ਪੋਜ਼ਿਟਿਵ। ਨਾਲ ਹੀ ਇਹ ਵੀ ਕਿਹਾ ਗਿਆ ਕਿ ਲਾਜ਼ਮੀ ਤੌਰ ਦੇ ਉੱਪਰ ਇੰਟਰਨੈਸ਼ਨਲ ਟਰੈਵਲਰ ਨੂੰ ਆਪਣੇ ਖਰਚੇ ਦੇ ਉੱਪਰ 3 ਦਿਨਾਂ ਦੇ ਲਈ ਹੋਟਲ ਦੇ ਵਿੱਚ ਕੁਆਰੰਟਾਈਨ ਕਰਨਾ ਪਵੇਗਾ। ਬਾਰਡਰ ਰਾਹੀਂ ਕੈਨੇਡਾ ਆਉਣ ਵਾਲਿਆਂ ਦੇ ਉੱਪਰ ਇਸ ਨਿਯਮ ਨੂੰ ਫਰਵਰੀ 12 ਤੋਂ ਹੀ ਲਾਗੂ ਕਰ ਦਿੱਤਾ ਗਿਆ ਸੀ। ਇਸ ਖਬਰ ਦੇ ਵਿੱਚ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਕੈਨੇਡਾ ਦੇ ਕਿਸ ਹਿੱਸੇ ਤੋਂ ਕਿੰਨੇ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਨਾਲ ਦੀ ਨਾਲ ਦੱਸਾਂਗੇ ਕਿ ਇਸ ਸਮੇਂ ਕੈਨੇਡਾ ਦੇ ਵਿੱਚ ਕੀ ਹੈ ਕੋਰੋਨਾ ਵਾਇਰਸ ਦੇ ਮੌਜੂਦਾ ਹਾਲਾਤ। ontario ਤੋਂ 24 ਘੰਟਿਆਂ ਦੌਰਾਨ 966 ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ। ਟੋਰਾਂਟੋ ਤੋਂ 253, ਪੀਲ ਰੀਜਨ ਤੋਂ 223 ਅਤੇ ਯਾਰਕ ਰੀਜਨ ਤੋਂ 99 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ontario ਦੇ ਵਿੱਚ 24 ਘੰਟਿਆਂ ਦੌਰਾਨ 30,767 ਕੋਰੋਨਾ ਵਾਇਰਸ ਦੇ ਟੈਸਟ ਕੀਤੇ ਗਏ ਹਨ। ਇਸ ਪ੍ਰੋਵਿੰਸ ਦੇ ਵਿੱਚ ਯੂਨਾਈਟਿਡ ਕਿੰਗਡਮ ਦੇ ਵੇਰੀਐਂਟ ਦੇ ਨਾਲ ਸੰਬੰਧਿਤ ਇੱਕ ਹੋਰ ਨਵੇਂ ਮਾਮਲੇ ਦੀ ਵੀ ਪੁਸ਼ਟੀ ਹੋਈ ਹੈ। ਮਿਨਿਸਟਰੀ ਆਫ ਐਜੂਕੇਸ਼ਨ ਨੇ ਜਾਣਕਾਰੀ ਦਿੱਤੀ ਹੈ ਕਿ 262 ਸਕੂਲ ਰਿਲੇਟਡ ਕੇਸ ਹਨ, ਜਿਨ੍ਹਾਂ ਦੇ ਵਿੱਚ 231 ਸਟੂਡੈਂਟਸ ਅਤੇ 30 ਸਟਾਫ ਮੈਂਬਰ ਸ਼ਾਮਿਲ ਹਨ। ਜੋ ਮਿਨਿਸਟਰੀ ਆਫ ਹੈਲਥ ਵੱਲੋਂ ਜਾਣਕਾਰੀ ਦਿੱਤੀ ਗਈ, ਉਸ ਦੇ ਮੁਤਾਬਕ 677 ਮਰੀਜ਼ ਇਸ ਸਮੇਂ ਹਸਪਤਾਲ ਦੇ ਵਿੱਚ ਨੇ, ਜਿਨ੍ਹਾਂ ਵਿੱਚੋਂ 284 ਇੰਟੈਂਸਿਵ ਕੇਅਰ ਅਧੀਨ ਅਤੇ 199 ਵੈਂਟੀਲੇਟਰ ਦੇ ਉੱਪਰ ਨੇ। ਕਿਊਬੈਕ ਦੇ ਵਿੱਚ 588 ਨਵੇਂ ਇਨਫੈਕਸ਼ਨ ਦੇ ਮਾਮਲੇ ਪਾਏ ਗਏ ਅਤੇ 8 ਮੌਤਾਂ ਇਸ ਵਾਇਰਸ ਦੇ ਕਰਕੇ ਇੱਥੇ ਦਰਜ ਕੀਤੀਆਂ ਗਈਆਂ। ਹੁਣ ਤੱਕ 2,88,941 ਕਨਫਰਮਡ ਕੇਸ ਨੇ ਅਤੇ ਹੁਣ ਤੱਕ 10,407 ਜਾਨਾਂ ਇਸ ਵਾਇਰਸ ਦੇ ਕਰਕੇ ਜਾ ਚੁੱਕੀਆਂ ਨੇ। ਹਸਪਤਾਲ ਦੇ ਵਿੱਚ 628 ਮਰੀਜ਼ ਹਨ, ਜਿਨ੍ਹਾਂ ਵਿੱਚੋਂ 121 ਇੰਟੈਂਸਿਵ ਕੇਅਰ ਅਧੀਨ ਹਨ। 24 ਘੰਟਿਆਂ ਦੌਰਾਨ 16,458 ਵੈਕਸੀਨ ਡੋਜ਼ ਦਿੱਤੀਆਂ ਗਈਆਂ। ਕੈਨੇਡਾ ਦੇ ਵਿੱਚ ਹੁਣ ਤੱਕ 8,72,000 ਦੇ ਕਰੀਬ ਕੁੱਲ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਵਾਇਰਸ ਦੇ ਕਰਕੇ 22,041 ਲੋਕਾਂ ਦੀ ਜਾਨ ਚਲੀ ਗਈ ਹੈ। 8,20,000 ਕੈਨੇਡਾ ਦੇ ਵਿੱਚ ਰਿਕਵਰਡ ਕੇਸ ਨੇ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਉੱਪਰ। ਕੈਨੇਡਾ ਦੇ ਵਿੱਚ ਇੱਕ ਵਾਰ ਫਿਰ ਮਿਲਿਆ ਕਿਸਾਨਾਂ ਨੂੰ ਸਾਥ, ਵੈਸਟਮਿੰਸਟਰ ਸਿਟੀ ਕਾਉਂਸਲ ਨੇ ਕੀਤਾ ਮੋਸ਼ਨ ਪਾਸ। ਕੈਨੇਡਾ ਪਹੁੰਚ ਯਾਤਰੀਆਂ ਨੂੰ ਹੋਟਲ ਦੇ ਵਿੱਚ ਹੋ ਰਹੀ ਪਰੇਸ਼ਾਨੀ, ਯਾਤਰੀਆਂ ਨੂੰ ਇੱਕ ਟਾਈਮ ਦਾ ਖਾਣਾ ਪੈ ਰਿਹਾ ਮਹਿੰਗਾ। ਫੈਡਰਲ ਸਰਕਾਰ ਦੇ ਬਜਟ ਤੋਂ ਉਮੀਦਾਂ, ਰੀਅਲ ਸਟੇਟ ਨਿਵੇਸ਼ਕਾਂ ਨੂੰ ਹੋ ਸਕਦਾ ਫਾਇਦਾ। ਅਮਰੀਕਾ ਦੇ ਵਿੱਚ SUV ਦੀ ਟਰੱਕ ਦੇ ਨਾਲ ਟੱਕਰ, ਹਾਦਸੇ ਦੇ ਵਿੱਚ 15 ਜਾਣਿਆਂ ਦੀ ਮੌਤ। ਸਰੀ ਦੇ ਸਕੂਲ ਦੇ ਬਾਹਰ ਹੋਈ ਲੜਾਈ, ਪੁਲਿਸ ਨੇ 3 ਨੌਜਵਾਨਾਂ ਨੂੰ ਕੀਤਾ ਗਿਰਫਤਾਰ। ਪੁਲਿਸ ਅਧਿਕਾਰੀਆਂ ਨੂੰ ਮਿਲੀ ਕਲੀਨ ਚਿੱਟ, ਸਾਥੀ ਅਧਿਕਾਰੀ ਤੇ ਗੋਲੀ ਚਲਾਉਣ ਦੇ ਸਨ ਦੋਸ਼। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ। ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਪੰਨੂ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ TV ਪੰਜਾਬ।